ਗੁੱਡ ਮਾਰਨਿੰਗ ਸਟੂਡੈਂਟਸ। ਆਪਾਂ ਕਰ ਰਹੇ ਸੀ ਹਿਸਟਰੀ ਦਾ 4th ਚੈਪਟਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਸਿੱਖਿਆ। ਇਸ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਜੀ ਦੇ 2 ਕਾਲ ਬਾਰੇ, ਪਹਿਲਾ ਕਾਲ ਅਤੇ ਦੂਸਰਾ ਕਾਲ ਪੜ੍ਹਿਆ ਸੀ। ਠੀਕ ਹੈ, ਹੁਣ ਇਹਨਾਂ ਦੇ ਤੀਸਰਾ ਕਾਲ ਹੈ ਜਿਹੜਾ 1521 ਈਸਵੀ ਤੋਂ ਲੈ ਕੇ 39 ਈਸਵੀ ਤੱਕ ਦਾ। ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਠੀਕ ਹੈ, ਉਹਨਾਂ ਬਾਰੇ ਪੜ੍ਹਾਂਗੇ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬੜੀਆਂ ਸਾਦੀਆਂ ਪਰੰਤੂ ਪ੍ਰਭਾਵਸ਼ੀਲ ਸਨ। ਗੁਰੂ ਜੀ ਦੀਆਂ ਸਿੱਖਿਆਵਾਂ ਨੇ ਲੋਕਾਂ ਦੇ ਮਨਾਂ 'ਤੇ ਜਾਦੂਈ ਅਸਰ ਕੀਤਾ। ਇਹਨਾਂ ਸਿੱਖਿਆਵਾਂ ਨੂੰ ਕਿਸੇ ਇੱਕ ਵਰਗ, ਜਾਤੀ, ਪ੍ਰਾਂਤ ਲਈ ਨਹੀਂ ਸੀ, ਸਗੋਂ ਸਾਰੀ ਮਨੁੱਖ ਜਾਤੀ ਨਾਲ ਸੰਬੰਧਿਤ ਸੀ। ਠੀਕ ਹੈ, ਕਹਿੰਦੇ ਉਹਨਾਂ ਦੀ ਜਿਹੜੀਆਂ ਸਿੱਖਿਆਵਾਂ ਇਹਨਾਂ ਨੂੰ 4 ਭਾਗਾਂ 'ਚ ਵੰਡਿਆ। ਸਭ ਤੋਂ ਪਹਿਲਾਂ ਪਰਮਾਤਮਾ ਦਾ ਸਰੂਪ, ਦੂਸਰਾ ਮਨਮੁਖ ਵਿਅਕਤੀ ਦਾ ਸਰੂਪ, ਤੀਸਰਾ ਕੁਰੀਤੀਆਂ ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਅੰਤ ਕੀਤਾ, ਅਤੇ ਚੌਥਾ ਉੱਚਤਮ ਉਦੇਸ਼ਾਂ ਦੇ ਸਾਧਨ। ਹੁਣ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਪਰਮਾਤਮਾ ਦਾ ਸਰੂਪ, ਜਿਹਦੇ 'ਚ ਉਹਨਾਂ ਨੇ ਕਿਹਾ ਪਰਮਾਤਮਾ ਇੱਕ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਸੀ ਜਿਹੜੇ ਉਹ ਇੱਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਆਪਣੀ ਬਾਣੀ ਦੇ ਵਿੱਚ ਬਾਰ-ਬਾਰ ਪਰਮਾਤਮਾ ਦੀ ਏਕਤਾ ਉੱਪਰ ਜ਼ੋਰ ਦਿੰਦੇ ਹਨ। ਕਹਿੰਦੇ ਸਿੱਖ ਪਰੰਪਰਾ ਦੇ ਅਨੁਸਾਰ ਮੂਲ ਮੰਤਰ ਦੇ ਵਿੱਚ ਜੋ ਸਭ ਤੋਂ ਪਹਿਲਾ ਅੱਖਰ ਹੈ ਉਹ ਹੈ ਇੱਕ, ਮਤਲਬ ਪਰਮਾਤਮਾ ਦੀ ਏਕਤਾ ਦਾ ਪ੍ਰਤੀਕ। ਠੀਕ ਹੈ, ਕਹਿੰਦੇ ਗੁਰੂ ਜੀ ਦੇ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਉਹੀ ਪਾਲਣ ਕਰਨ ਵਾਲਾ ਹੈ ਅਤੇ ਉਹੀ ਉਹਦਾ ਨਾਸ਼ ਕਰਨ ਵਾਲਾ ਹੈ। ਇਸ ਤੋਂ ਬਿਨਾਂ ਕਹਿੰਦੇ ਦੇਵੀ ਦੇਵਤਿਆਂ ਦੇ ਵਿੱਚ ਕੁਝ ਵੀ ਨਹੀਂ ਹੈ। ਠੀਕ ਹੈ, ਕਹਿੰਦੇ ਪਰਮਾਤਮਾ ਦੇ ਸਾਹਮਣੇ ਜਿਹੜੇ ਦੇਵੀ ਦੇਵਤੇ ਆ ਉਹਨਾਂ ਦਾ ਕੋਈ ਵੀ ਮਹੱਤਵਪੂਰਨ ਨਹੀਂ ਹੈ। ਠੀਕ ਹੈ, ਨੈਕਸਟ ਹੈ ਬੇਟਾ ਨਿਰਗੁਣ ਅਤੇ ਸਰਗੁਣ। ਕਹਿੰਦੇ ਪਰਮਾਤਮਾ ਦੇ 2 ਰੂਪ ਹਨ, ਨਿਰਗੁਣ ਵੀ ਹੈ ਅਤੇ ਉਹ ਸਰਗੁਣ ਵੀ। ਪਹਿਲਾ ਜਿਹੜਾ ਕਹਿੰਦੇ ਨਿਰਗੁਣ ਹੈ ਉਹਦਾ ਮਤਲਬ ਹੈ ਧਰਤੀ ਅਤੇ ਆਕਾਸ਼ ਦੀ ਰਚਨਾ ਨਹੀਂ ਕੀਤੀ ਗਈ ਅਤੇ ਉਹ ਆਪਣੇ ਆਪ ਵਿੱਚ ਹੀ ਰਹਿੰਦਾ ਸੀ। ਠੀਕ ਹੈ, ਕਹਿੰਦੇ ਪਰਮਾਤਮਾ ਜਿਹੜੇ ਉਹਨੇ ਧਰਤੀ ਅਤੇ ਆਕਾਸ਼ ਦੀ ਰਚਨਾ ਨਹੀਂ ਕੀਤੀ ਸੀ, ਸਗੋਂ ਉਹ ਆਪਦੇ ਆਪ ਵਿੱਚ ਰਹਿੰਦਾ ਸੀ। ਇਹ ਕੀ ਹੈ ਪਰਮਾਤਮਾ ਦਾ ਨਿਰਗੁਣ ਸਰੂਪ। ਕਹਿੰਦੇ ਫਿਰ ਕਹਿੰਦੇ ਆ ਜਿਹੜਾ ਸਰਗੁਣ ਸਰੂਪ ਹੈ ਉਹਦੇ ਵਿੱਚ ਕਹਿੰਦੇ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਅਤੇ ਇਸ ਰਚਨਾ ਦੇ ਰਾਹੀਂ ਪਰਮਾਤਮਾ ਖੁਦ ਵੀ ਰੂਪਮਾਨ ਹੋਇਆ ਅਤੇ ਇਹ ਪਰਮਾਤਮਾ ਦਾ ਗੁਣ ਕਿਹੜਾ ਹੈ ਸਰਗੁਣ। ਠੀਕ ਹੈ, ਫਿਰ ਕਹਿੰਦੇ ਆ ਨੰਬਰ 3 ਰਚਨਹਾਰ, ਪਾਲਣਹਾਰ ਅਤੇ ਨਾਸ਼ਵਾਨ। ਪਰਮਾਤਮਾ ਹੀ ਇਸ ਸੰਸਾਰ ਦਾ ਰਚਨਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ। ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਧਰਤੀ ਜਾਂ ਆਕਾਸ਼ ਨਹੀਂ ਸੀ ਅਤੇ ਹਰ ਪਾਸੇ ਹਨੇਰਾ ਹੀ ਹਨੇਰਾ ਸੀ। ਠੀਕ ਹੈ, ਕਹਿੰਦੇ ਸਿਰਫ ਪਰਮਾਤਮਾ ਦਾ ਹੀ ਰੂਪ ਚੱਲਦਾ ਸੀ। 4th ਪੁਆਇੰਟ ਹੈ ਬੇਟਾ ਸਰਵ ਸ਼ਕਤੀਮਾਨ। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ ਸ਼ਕਤੀਮਾਨ ਹੈ, ਉਹ ਚਾਹੁੰਦਾ ਅਤੇ ਉਹੀ ਉਹ ਕਰਦਾ ਹੈ। ਕਹਿੰਦੇ ਉਹਦੀ ਇੱਛਾ ਤੋਂ ਵਿਰੁੱਧ ਕੁਝ ਵੀ ਨਹੀਂ ਹੋ ਸਕਦਾ। ਜੇ ਪਰਮਾਤਮਾ ਚਾਹੇ ਤਾਂ ਉਹ ਭਿਖਾਰੀ 'ਤੇ ਤਖਤ ਵੀ ਬਿਠਾ ਦਿੰਦਾ ਅਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ। ਇਸ ਤੋਂ ਬਾਅਦ ਬੇਟਾ ਨੈਕਸਟ ਪੁਆਇੰਟ ਹੈ ਹਮੇਸ਼ਾ ਰਹਿਣ ਵਾਲਾ। ਕਹਿੰਦੇ ਪਰਮਾਤਮਾ ਉਹਦੇ ਦੁਆਰਾ ਇਹ ਰਚਾਈ ਹੋਈ ਪੂਰੀ ਦੁਨੀਆ ਹੈ ਜਿਹੜੀ ਕਿ ਨਾਸ਼ਵਾਨ ਹੈ। ਠੀਕ ਹੈ, ਇਹ ਅਸਥਿਰ ਹੈ। ਪਰਮਾਤਮਾ ਜਿਹੜਾ ਹੈ ਉਹ ਲੇਕਿਨ ਹਮੇਸ਼ਾ ਰਹਿਣ ਵਾਲਾ ਹੈ। ਆਵਾਗਮਨ ਦੇ ਚੱਕਰ ਦੇ, ਮੌਤ ਦੇ ਚੱਕਰਾਂ ਤੋਂ ਮੁਕਤ ਕਰਨ ਵਾਲਾ ਹੈ। ਪਰਮਾਤਮਾ ਦੇ ਦਰਬਾਰ ਵਿੱਚ ਮੁਹੰਮਦ, ਬ੍ਰਹਮਾ, ਵਿਸ਼ਨੂੰ, ਰਾਮ ਹੱਥ ਜੋੜੀ ਰੱਖਦੇ ਹਨ। ਇਹ ਸਭ ਨਾਸ਼ਵਾਨ ਹਨ ਪਰੰਤੂ ਜਿਹੜਾ ਪਰਮਾਤਮਾ ਹੈ ਉਹ ਨਾਸ਼ਵਾਨ ਨਹੀਂ ਹੈ। ਨੈਕਸਟ ਪੁਆਇੰਟ ਹੈ ਨਿਰਗੁਣ ਅਤੇ ਸਰਵਵਿਆਪੀ। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ। ਠੀਕ ਹੈ, ਨਿਰੰਕਾਰ, ਕੋਈ ਉਹਦਾ ਰੰਗ ਰੂਪ ਨਹੀਂ, ਕੋਈ ਉਹਦਾ ਆਕਾਰ ਨਹੀਂ। ਉਹਨਾਂ ਦੇ ਸ਼ਬਦਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਨਾ ਹੀ ਉਹਨੂੰ ਮੂਰਤੀਮਾਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਅੱਖਰਾਂ ਨਾਲ ਦੇਖਿਆ ਜਾ ਸਕਦਾ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦੇ ਰੰਗ ਨਿਆਰੇ ਸੀ। ਠੀਕ ਹੈ, ਕਹਿੰਦੇ ਪਰਮਾਤਮਾ ਆਪਣੇ ਆਪ ਤੋਂ ਦੂਰ ਨਾ ਸਮਝੋ, ਉਹ ਤੁਹਾਡੇ ਨੇੜੇ ਹੈ, ਇਹ ਗੁਰੂ ਜੀ ਕਹਿੰਦੇ ਸੀ। ਠੀਕ ਹੈ ਨਾ, ਕਹਿੰਦੇ ਸਾਰਿਆਂ ਦੇ ਵਿੱਚ ਇੱਕ ਹੀ ਰੋਸ਼ਨੀ ਹੈ ਅਤੇ ਉਸ ਦੀ ਰੋਸ਼ਨੀ ਜੋ ਸਭ ਦੇ ਅੰਦਰ ਮੌਜੂਦ ਹੈ। ਨੈਕਸਟ ਪੁਆਇੰਟ ਹੈ ਪਰਮਾਤਮਾ ਦੀ ਮਹਾਨਤਾ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਸਭ ਤੋਂ ਮਹਾਨ ਹੈ, ਉਹਨਾਂ ਦੀ ਮਹਾਨਤਾ ਦਾ ਵਰਣਨ ਕਰਨਾ ਅਸੰਭਵ ਹੈ। ਹਜ਼ਾਰਾਂ ਅਤੇ ਲੱਖਾਂ ਭਗਤਾਂ ਨੇ, ਸੰਤਾਂ ਨੇ ਪਰਮਾਤਮਾ ਦੀ ਮਹਾਨਤਾ ਦੇ ਨਿਰਗੁਣ ਗਾਏ। ਠੀਕ ਹੈ, ਉਹਨਾਂ ਨੇ ਛੋਟਾ ਜਿਹਾ ਭੰਡਾਰ ਵਿੱਚ ਹਿੱਸਾ ਲਿਆ। ਉਹਦੀ ਵਡਿਆਈ ਮਨੁੱਖ ਦੇ ਚਿੰਤਨ ਤੋਂ ਪਰੇ ਹੈ, ਯਾਨੀ ਉਹਦੀ ਮਨੁੱਖ ਸਿਫਤ ਨਹੀਂ ਕਰ ਸਕਦਾ। ਠੀਕ ਹੈ ਬੇਟਾ, ਹੁਣ ਆਪਣਾ ਨੈਕਸਟ ਪੁਆਇੰਟ ਹੈ ਬੇਟਾ ਜਿਹੜਾ ਨੈਕਸਟ ਪਰਮਾਤਮਾ ਦਾ ਪੁਆਇੰਟ ਸੀ ਉਹ ਸੀ ਮਨਮੁਖ ਵਿਅਕਤੀ ਦਾ ਸਰੂਪ। ਨੰਬਰ 8 'ਤੇ ਹੈ, ਯਾਨੀ ਇਹਨੂੰ ਚਾਹੇ ਤੁਸੀਂ 1 ਪੁਆਇੰਟ ਵੀ ਮੰਨ ਲਓ। ਅਗਲੇ ਹੈ ਨੈਕਸਟ ਮਾਇਆ। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਦੇ ਮੁਕਤੀ ਦਾ ਰਸਤੇ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ। ਜਿਹੜਾ ਮਨੁੱਖ ਹੈ ਉਹ ਹਮੇਸ਼ਾ ਧਨ ਦੌਲਤ, ਉੱਚਾ ਅਹੁਦਾ, ਐਸ਼ੋ ਆਰਾਮ
ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ। ਇਹਨੂੰ ਮਾਇਆ ਕਹਿੰਦੇ ਆ। ਠੀਕ ਹੈ, ਕਹਿੰਦੇ ਇਹ ਵਿਅਕਤੀ ਰਚਨਹਾਰ ਦੀ ਰਚਨਾ ਦੇ ਅੰਤਰ ਨੂੰ ਨਹੀਂ ਸਮਝ ਸਕਦਾ। ਮਾਇਆ ਜਿਸ ਨਾਲ ਉਹ ਇੰਨਾ ਪਿਆਰ ਕਰਦਾ ਹੈ, ਮੌਤ ਤੋਂ ਬਾਅਦ ਉਹਦੇ ਨਾਲ ਨਹੀਂ ਜਾਂਦੀ, ਜਿਹਦੇ ਕਰਕੇ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਉਹ ਫਿਰ ਆਵਾਗਮਨ ਦੇ ਚੱਕਰ ਵਿੱਚ ਫਸ ਜਾਂਦਾ ਹੈ। ਨੈਕਸਟ ਪੁਆਇੰਟ ਹੈ ਬੇਟਾ ਹਿਊਮੈ। ਠੀਕ ਹੈ, ਕਹਿੰਦੇ ਮਨਮੁਖ ਵਿਅਕਤੀ ਹੈ ਜਿਹੜਾ, ਉਹ ਹਿਊਮੇ ਦੀ ਭਾਵਨਾ ਬੜੀ ਪ੍ਰਬਲ ਹੁੰਦੀ ਹੈ ਉਹਦੇ ਵਿੱਚ। ਠੀਕ ਹੈ, ਕਹਿੰਦੇ ਹਿਊਮੇ ਦੇ ਕਾਰਨ ਉਹ ਮੁਕਤੀ ਦੇ ਰਸਤੇ ਨੂੰ ਰਾਹ ਨੂੰ ਪਛਾਣ ਨਹੀਂ ਸਕਦਾ, ਪਰਮਾਤਮਾ ਦੇ ਹੁਕਮ ਦੀ ਬਜਾਏ ਆਪਣੀ ਮਰਜ਼ੀ ਕਰਦਾ ਹੈ। ਹਿਊਮੇ ਦੇ ਕਾਰਨ ਸੰਸਾਰ ਦੀਆਂ ਬੁਰਾਈਆਂ ਵਿੱਚ ਫਸਿਆ ਰਹਿੰਦਾ ਹੈ ਅਤੇ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਠੀਕ ਹੈ, ਨੈਕਸਟ ਪੁਆਇੰਟ ਹੈ ਬੇਟਾ ਇੰਦਰਾਵੀਆਂ ਦੀ ਭੁੱਖ। ਠੀਕ ਹੈ, ਕਹਿੰਦੇ ਉਹਦੇ ਅੰਦਰ ਇੰਦਰਾਵੀਆਂ ਜਿਹੜੀਆਂ ਉਹਨਾਂ ਦੀ ਭੁੱਖ ਹੈ ਉਹਦੇ ਨਾਲ ਘਿਰਿਆ ਹੋਇਆ ਹੈ, ਮਤਲਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਨੁੱਖ ਦੇ ਜਿਹੜੇ 5 ਵੈਰੀ ਹਨ। ਇਹਨਾਂ ਕਾਰਨ ਮਨੁੱਖ ਪਾਪ ਕਰਦਾ ਹੈ ਅਤੇ ਲੋਕਾਂ ਨੂੰ ਧੋਖਾ ਦਿੰਦਾ ਹੈ। ਸਿੱਟੇ ਵਜੋਂ ਉਹ ਮੁਕਤੀ ਪ੍ਰਾਪਤ ਕਰਨ ਦੀ ਥਾਂ ਜਿਹੜਾ ਆਵਾਗਮਨ ਦਾ ਜੰਜੀਰ ਹੈ ਉਹਨਾਂ ਵਿੱਚ ਹੋਰ ਪੱਕੀ ਤਰ੍ਹਾਂ ਜਕੜਿਆ ਜਾਂਦਾ ਹੈ ਅਤੇ ਯਮਾਂ ਦੀ ਮਾਰ ਪੈਂਦੀ ਰਹਿੰਦੀ ਹੈ। ਨੈਕਸਟ ਪੁਆਇੰਟ ਸੀਗਾ ਬੇਟਾ ਜਿਹੜਾ ਕੁਰੀਤੀਆਂ, ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ ਸੀ, ਯਾਨੀ ਕਿ ਜਿਹੜੇ ਉਹ ਜਾਤੀ ਪ੍ਰਥਾ, ਪੁਰੋਹਿਤ ਵਰਗ ਦਾ ਖੰਡਨ ਜਾਂ ਮੂਰਤੀ ਪੂਜਾ ਦਾ ਖੰਡਨ ਕਰਦੇ ਸੀ, ਉਹਨਾਂ ਦਾ ਵਿਰੋਧ। ਠੀਕ ਹੈ, ਸਭ ਤੋਂ ਫਸਟ ਪੁਆਇੰਟ ਹੈ ਪੁਰੋਹਿਤ ਵਰਗ ਦਾ ਖੰਡਨ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਅਤੇ ਮੁੱਲਾ ਆਦਿ ਪੁਰੋਹਿਤ ਵਰਗ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਸੀ। ਉਹ ਵੇਦ ਸ਼ਾਸਤਰ ਕੁਰਾਨ ਤਾਂ ਪੜ੍ਹਦੇ ਸੀ, ਪਰ ਉਹਨਾਂ ਨੂੰ ਅੰਦਰੂਨਾ ਸਾਫ਼ ਨਹੀਂ ਸੀ। ਠੀਕ ਹੈ, ਯਾਨੀ ਕਿ ਉਹ ਖੁਦ ਵੀ ਧੋਖਾ ਕਰਦੇ ਸੀ, ਫਜ਼ੂਲ ਦੀਆਂ ਰਸਮ ਰਿਵਾਜ਼ਾਂ ਨਾਲ ਲੋਕਾਂ ਨੂੰ ਲੁੱਟਦੇ ਸੀ। ਠੀਕ ਹੈ, ਕਹਿੰਦੇ ਜਿਹੜੇ ਪੁਰੋਹਿਤ ਸੀਗੇ ਉਹ ਲੋਕਾਂ ਨੂੰ ਅਗਵਾਈ ਦੀ ਬਜਾਏ ਖੁਦ ਉਹਨਾਂ ਨੂੰ ਕੁਰਾਹੇ ਯਾਨੀ ਕਿ ਗਲਤ ਰਸਤੇ 'ਤੇ ਪਾਇਆ ਹੋਇਆ ਸੀ। ਪਰਮਾਤਮਾ ਦੀ ਦਰਗਾਹ ਦੇ ਵਿੱਚ ਸਖਤ ਸਜ਼ਾ ਮਿਲੇਗੀ ਅਤੇ ਉਹ ਆਵਾਗਮਨ ਦੇ ਚੱਕਰ ਵਿੱਚ ਫਸੇ ਰਹਿਣਗੇ। ਨੈਕਸਟ ਹੈ ਜਾਤੀ ਪ੍ਰਥਾ ਦਾ ਖੰਡਨ। ਕਹਿੰਦੇ ਉਸ ਸਮੇਂ ਹਿੰਦੂ ਸਮਾਜ 4 ਵਰਗਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ। ਇਸ ਤੋਂ ਬਿਨਾਂ ਇਹਨਾਂ ਦੀਆਂ ਹੋਰ ਜਿਹੜੀਆਂ ਉਪਜਾਤਾਂ ਸੀ ਉਹਨਾਂ ਵਿੱਚ ਵੰਡਿਆ ਹੋਇਆ ਸੀ। ਜਿਹੜੇ ਬ੍ਰਾਹਮਣ ਜਾਤੀ ਦੇ ਸੀਗੇ ਉਹ ਸਭ ਤੋਂ ਉੱਚੇ ਸੀਗੇ ਅਤੇ ਆਪਦੇ ਆਪ 'ਤੇ ਬਹੁਤ ਮਾਣ ਕਰਦੇ ਸੀ। ਉਹ ਨੀਵੀਂ ਜਾਤੀਆਂ ਨੂੰ ਬਹੁਤ ਨਫ਼ਰਤ ਦੇ ਨਾਲ ਦੇਖਦੇ ਸੀ ਅਤੇ ਉਹਨਾਂ 'ਤੇ ਜ਼ੁਲਮ ਕਰਦੇ ਸੀ। ਸਮਾਜ ਦੇ ਅੰਦਰ ਛੂਤ ਛਾਤ ਦੀ ਭਾਵਨਾ ਫੈਲੀ ਹੋਈ ਸੀ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਅਤੇ ਛੂਤ ਛਾਤ ਦੀ ਭਾਵਨਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਗੁਰੂ ਸਾਹਿਬ ਦਾ ਕਹਿਣਾ ਸੀ ਕਿ ਪਰਮਾਤਮਾ ਦੇ ਦਰਬਾਰ ਵਿੱਚ ਜਾਤ ਪਾਤ ਪੁੱਛਣੀ ਅਤੇ ਕੇਵਲ ਅਮਲਾਂ ਨਾਲ ਹੀ ਨਿਬੇੜਾ ਹੋਵੇਗਾ। ਠੀਕ ਹੈ ਬੇਟਾ, ਨੈਕਸਟ ਹੈ ਮੂਰਤੀ ਪੂਜਾ ਦਾ ਖੰਡਨ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਗੁਰੂ ਸਾਹਿਬ ਦਾ ਕਹਿਣਾ ਹੈ ਕਿ ਪੱਥਰਾਂ ਦੀਆਂ ਮੂਰਤੀਆਂ ਬੇਜਾਨ ਹਨ, ਜੇਕਰ ਪਾਣੀ ਵਿੱਚ ਸੁੱਟ ਦਿੱਤਾ ਜਾਵੇ ਤਾਂ ਉਹ ਡੁੱਬ ਜਾਣਗੀਆਂ। ਮੂਰਤੀਆਂ ਰੱਖਿਆ ਕਰਨ ਨਹੀਂ ਜਾਣਦੀਆਂ, ਮਨੁੱਖ ਨੂੰ ਭਵ ਸਾਗਰ ਤੋਂ ਉਤਾਰ ਸਕਦੀਆਂ ਹਨ। ਠੀਕ ਹੈ, ਕਹਿੰਦੇ ਇਸ ਲਈ ਮੂਰਤੀਆਂ ਦੀ ਪੂਜਾ ਕਰਨੀ ਕੀ ਹੈ, ਫਜ਼ੂਲ ਹੈ। ਸਿਰਫ ਇੱਕ ਪਰਮਾਤਮਾ, ਠੀਕ ਹੈ, ਸਿਰਫ ਇੱਕ ਪਰਮਾਤਮਾ ਦੀ ਹੀ ਪੂਜਾ ਕਰਨੀ ਚਾਹੀਦੀ ਹੈ। ਠੀਕ ਹੈ, ਇਸ ਤਰ੍ਹਾਂ ਇੱਕ ਹੋਰ ਪੁਆਇੰਟ ਹੈ ਬੇਟਾ ਨੈਕਸਟ ਹੈ ਇਸਤਰੀਆਂ ਨਾਲ ਮਾੜਾ ਸਲੂਕ। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਹੜਾ ਸਮਾਜ ਸੀਗਾ ਉਹ ਇਸਤਰੀਆਂ ਦੀ ਬਹੁਤ ਜ਼ਿਆਦਾ ਤਰਸਯੋਗ ਹਾਲਤ ਸੀ। ਸਮਾਜ ਦੇ ਵਿੱਚ ਦਰਜਾ ਪੁਰਸ਼ਾਂ ਨੂੰ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ। ਅਣਗਿਣਤ ਕੁਰੀਤੀਆਂ ਪ੍ਰਚਲਿਤ ਸੀ। ਇਸਤਰੀਆਂ ਨੂੰ ਭੋਗ ਵਿਲਾਸ ਦੀ ਵਸਤੂ ਹੀ ਸਮਝਿਆ ਜਾਂਦਾ ਸੀ ਅਤੇ ਜਾਨਵਰਾਂ ਵਾਂਗ ਉਹਨਾਂ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਸੀ। ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਦੇ ਵਿੱਚ ਪ੍ਰਚਲਿਤ ਬੁਰਾਈਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਅਤੇ ਇਸਤਰੀਆਂ ਦਾ ਸਤਿਕਾਰ ਵਧਾਉਣ ਲਈ, ਉਹਨਾਂ ਦੇ ਬਰਾਬਰੀ ਹੱਕ ਉਠਾਉਣ ਲਈ ਆਵਾਜ਼ ਉਠਾਈ। ਅਤੇ ਗੁਰੂ ਜੀ ਆਖਦੇ ਹਨ, ਸੋ ਕਿਉ ਮੰਦਾ ਆਖੇ ਜਿਤ ਜੰਮੇ ਰਾਜਾਨ। ਨੈਕਸਟ ਪੁਆਇੰਟ ਹੈ ਬੇਟਾ ਉੱਚਤਮ ਉਦੇਸ਼ਾਂ ਦੇ ਸਾਧਨ, ਯਾਨੀ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਕੀ ਕਿਹਾ। ਨੈਕਸਟ ਪੁਆਇੰਟ ਹੈ ਨਾਮ ਅਤੇ ਸ਼ਬਦ। ਗੁਰੂ ਨਾਨਕ ਦੇਵ ਜੀ ਦਾ ਨਾਮ, ਸਿਮਰਨ ਅਤੇ ਸ਼ਬਦ ਦੀ ਆਰਾਧਨਾ ਨੂੰ ਪਰਮਾਤਮਾ ਦੀ ਭਗਤੀ ਦਾ ਉੱਚਤਮ ਰੂਪ ਸਮਝਦੇ ਸੀ। ਉਹਨਾਂ ਦੇ ਚੱਲ ਕੇ ਮਨੁੱਖ ਜਿਹੜਾ ਹੈਗਾ ਰੋਗ ਪ੍ਰਸਤ ਹੋ ਕੇ ਸੰਸਾਰ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਸੀ। ਪਰਮਾਤਮਾ ਤੋਂ ਬਿਨਾਂ ਕਹਿੰਦੇ ਮਨੁੱਖ ਦਾ ਇਸ ਸੰਸਾਰ ਦੇ ਵਿੱਚ ਆਉਣਾ ਕੀ ਹੈ, ਫਜ਼ੂਲ। ਨਾਮ ਤੋਂ ਬਿਨਾਂ ਕਹਿੰਦੇ ਮਨੁੱਖ ਹੈ ਜਿਹੜਾ ਪਾਪਾਂ ਦੇ ਅਤੇ ਆਵਾਗਮਨ ਦੇ ਚੱਕਰ ਦੇ ਵਿੱਚ ਫਸਿਆ ਰਹਿੰਦਾ, ਜਿਹੜਾ ਪਰਮਾਤਮਾ ਦੇ ਦਰਬਾਰ ਵਿੱਚ ਢਹਿ ਢੇਰੀ ਹੋ ਜਾਂਦਾ, ਜਿਵੇਂ ਤੂਫਾਨ ਆਉਣ 'ਤੇ ਇੱਕ ਮਹਿਲ ਢਹਿ ਢੇਰੀ ਹੋ ਜਾਏਗਾ। ਠੀਕ ਹੈ, ਪਰਮਾਤਮਾ ਦਾ ਨਾਮ ਜਪਣ ਵਾਲਾ ਸੱਚਾ ਵਿਅਕਤੀ ਮਨ 'ਚ ਸੱਚੀ ਸ਼ਰਧਾ ਰੱਖਣੀ ਚਾਹੀਦੀ ਹੈ। ਨੈਕਸਟ ਹੈ ਗੁਰੂ ਦਾ ਮਹੱਤਵ। ਬੇਟਾ ਇਹ 3 ਮਾਰਕਸ ਦੇ ਕੁਐਸਚਨ ਦੇ ਵਿੱਚ ਸਿਰਫ ਇਹ ਕੁਐਸਚਨ ਇਕੱਲਾ ਵੀ ਆ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਵਿੱਚ ਗੁਰੂ ਦਾ ਕੀ ਮਹੱਤਵ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਤੱਕ ਪਹੁੰਚਣ ਲਈ ਬੜਾ ਮਹੱਤਵਪੂਰਨ ਸਮਝਦੇ ਸੀ। ਇੱਕ ਮੁਕਤੀ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ। ਕਹਿੰਦੇ ਮੁਕਤੀ ਦੇ ਰਸਤੇ ਦੀ ਅਸਲ ਪੌੜੀ ਕੀ ਹੈ, ਗੁਰੂ। ਗੁਰੂ ਬਿਨਾਂ ਮਨੁੱਖ ਨੂੰ ਹਰ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਗੁਰੂ ਨੂੰ ਮਨੁੱਖ ਨੂੰ
ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਆਉਂਦਾ ਹੈ। ਸੱਚੇ ਗੁਰੂ ਦਾ ਮਿਲਣਾ ਕੀ ਹੈ? ਆਸਾਨ ਕੰਮ ਨਹੀਂ ਹੈ। ਇਸ ਤੋਂ ਬਿਨਾਂ ਕਹਿੰਦੇ ਪਰਮਾਤਮਾ ਦੀ ਨਜ਼ਰ ਤੋਂ ਬਿਨਾਂ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਨੈਕਸਟ ਪੁਆਇੰਟ ਹੈ ਆਤਮ ਸਮਰਪਣ। ਕਹਿੰਦੇ ਜਦੋਂ ਵੀ ਕੋਈ ਮਨੁੱਖ ਕਿਸੇ ਗੁਰੂ ਨੂੰ ਧਿਆਉਂਦਾ ਹੈ, ਕਿਸੇ ਨੂੰ ਰੱਬ ਮੰਨਦਾ ਹੈ ਤਾਂ ਉਹਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ। ਯਾਨੀ ਕਿ ਉਸ ਪਰਮਾਤਮਾ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਪਾ ਸਕਦਾ ਜਦੋਂ ਤੱਕ ਉਹ ਆਤਮ ਸਮਰਪਣ ਨਾ ਕਰ ਦੇਵੇ। ਨੈਕਸਟ ਪੁਆਇੰਟ ਹੈ ਹੁਕਮ। ਗੁਰੂ ਜੀ ਦੀ ਸਿੱਖਿਆਵਾਂ ਦੇ ਵਿੱਚ ਕਹਿੰਦੇ ਆ ਪਰਮਾਤਮਾ ਦੇ ਹੁਕਮ ਦਾ ਭਾਣੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਹੁਕਮ ਦੇ ਕਾਰਨ ਮਨੁੱਖ ਨੂੰ ਦੁੱਖ ਸੁੱਖ ਪ੍ਰਾਪਤ ਹੁੰਦੇ ਹਨ। ਗੁਰਬਾਣੀ ਦੇ ਵਿੱਚ ਅਨੇਕ ਸਥਾਨਾਂ ਦੇ ਉੱਤੇ ਵਾਹਿਗੁਰੂ ਦੇ ਹੁਕਮ ਨੂੰ ਮਿੱਠਾ ਭਾਣਾ ਮੰਨਣ ਦੀ ਤਾਕੀਦ ਕੀਤੀ ਗਈ ਹੈ। ਮਨੁੱਖ ਨੂੰ ਪਰਮਾਤਮਾ ਦਾ ਹੁਕਮ ਮੰਨਣਾ ਚਾਹੀਦਾ ਹੈ। ਜੇ ਮਨੁੱਖ ਅਜਿਹਾ ਕਰਦਾ ਹੈ ਤਾਂ ਪਰਮਾਤਮਾ ਦੀ ਮਿਹਰ ਉਸ 'ਤੇ ਰਹਿੰਦੀ ਹੈ। ਕਹਿੰਦੇ ਜੋ ਪਰਮਾਤਮਾ ਦਾ ਹੁਕਮ ਨਹੀਂ ਮੰਨਦਾ ਉਹ ਦਰ ਦਰ ਦੀ ਠੋਕਰਾਂ ਖਾਂਦਾ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਹੁਕਮੇ ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਪੁੱਜੇ, ਜੋ ਮੈਂ ਕਹੇ ਨਾ ਕੋਈ। ਠੀਕ ਹੈ ਬੇਟਾ, ਇਹ ਸੀ ਗੁਰੂ ਜੀ ਦੇ ਦੁਆਰਾ ਆਪਾਂ ਕੀਤੇ ਗਏ ਸਿੱਖਿਆਵਾਂ। ਹੁਣ ਇਹਨਾਂ ਸਿੱਖਿਆਵਾਂ ਦਾ ਮਹੱਤਵ। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾ ਕੇਵਲ ਧਾਰਮਿਕ ਸਗੋਂ ਸਮਾਜਿਕ ਖੇਤਰ ਦੇ ਵਿੱਚ ਵੀ ਪ੍ਰਭਾਵਿਤ ਕੀਤਾ। ਠੀਕ ਹੈ, ਸਗੋਂ ਦੀ ਰਾਜਨੀਤਿਕ ਖੇਤਰ ਵਿੱਚ ਵੀ ਉਹਨਾਂ ਨੇ ਆਪਣਾ ਪ੍ਰਭਾਵ ਛੱਡਿਆ। ਅਸਲ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਨੇ ਸਮਾਜ ਦੇ ਅੰਦਰ ਛਾਏ ਅੰਧ ਵਿਸ਼ਵਾਸਾਂ ਦੇ ਕਾਲੇ ਬੱਦਲ ਸੀ ਜਿਹੜੇ ਉਹ ਸੂਰਜ ਦੀਆਂ ਕਿਰਨਾਂ ਦੇ ਬਖੇਰਨ ਦਾ ਕੰਮ ਕੀਤਾ। ਸਿੱਟੇ ਵਜੋਂ ਲੋਕਾਂ ਵਿੱਚ ਇੱਕ ਨਵੀਂ ਜਾਗ੍ਰਿਤੀ ਦਾ ਸੰਚਾਰ ਹੋਣ ਲੱਗਾ। ਉਹ ਫਜ਼ੂਲ ਦੇ ਰੀਤੀ ਰਿਵਾਜ਼ਾਂ ਨੂੰ ਛੱਡ ਕੇ ਪਰਮਾਤਮਾ ਦੀ ਪੂਜਾ ਕਰਨ ਲੱਗੇ। ਪਰਮਾਤਮਾ ਗੁਰੂ ਜੀ ਨੇ ਜਾਤੀ ਪ੍ਰਥਾ ਦਾ ਖੰਡਨ, ਆਪਸੀ ਭਾਈਚਾਰੇ ਦਾ ਪ੍ਰਚਾਰ ਕਰਕੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਦਰਜਾ ਦਿੱਤਾ। ਸੰਗਤ ਪੰਗਤ ਸੰਸਥਾਵਾਂ ਦੀ ਸਥਾਪਨਾ ਕਰਕੇ ਇੱਕ ਨਵੇਂ ਸਮਾਜ ਦਾ ਮੁੱਢ ਬੰਨ੍ਹਿਆ। ਕਹਿੰਦੇ ਉਹਨਾਂ ਦੇ ਉਪਦੇਸ਼ਾਂ ਦੇ ਸਮੇਂ ਅਤਿਆਚਾਰੀ ਸ਼ਾਸਕ ਉਹਨਾਂ ਦੇ ਭ੍ਰਿਸ਼ਟ ਕਰਮਚਾਰੀਆਂ ਨੂੰ ਵੀ ਹਿਲਾਉਣ ਦਿੱਤਾ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਦੀਆਂ ਸਿੱਖਿਆਵਾਂ ਸੀ ਜਿਹੜੀਆਂ ਸਿੱਖ ਸਮਾਜ ਦੇ ਵਿੱਚ ਇੱਕ ਨਵੀਂ ਦਿਸ਼ਾ ਲੈਣ ਲਈ ਹੈਰਾਨੀਜਨਕ ਸਫਲਤਾ ਪ੍ਰਾਪਤ ਕੀਤੀ। ਠੀਕ ਹੈ, ਇਹ ਸੀ ਤੁਹਾਡਾ ਬੇਟਾ 4th ਚੈਪਟਰ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ।